ਕੇਂਦਰ ਸਰਕਾਰ ਵੱਲੋਂ ਜਿਹੜੇ ਆਰਡੀਨੈਂਸ ਪਾਸ ਕੀਤੇ ਗਏ ਨੇ ਖੇਤੀਬਾੜੀ ਦੇ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਦੇਖੋ ਜੀ, ਜਿਹੜੇ ਕੇਂਦਰ ਸਰਕਾਰ ਵੱਲੋਂ 3 ਖੇਤੀ ਆਰਡੀਨੈਂਸ ਲਿਆਂਦੇ ਗਏ ਸੀ, ਉਹਨਾਂ ਨੂੰ ਅਪਰੂਵਲ ਦੇਣ ਤੋਂ ਬਾਅਦ ਕੱਲ੍ਹ ਦੀ ਤਰੀਕ ਦੇ ਵਿੱਚ ਰਾਸ਼ਟਰਪਤੀ ਵੱਲੋਂ ਜਿਹੜੇ ਸਿਗਨੇਚਰ ਕਰਕੇ ਆ ਉਹ ਕਾਨੂੰਨ ਬਣਾ ਦਿੱਤਾ ਗਿਆ। ਸੋ ਅਸੀਂ ਜੇਕਰ ਇਹ 3 ਕਾਨੂੰਨਾਂ ਦੀ ਗੱਲ ਕਰੀਏ ਖੇਤੀਬਾੜੀ ਨਾਲ ਰਿਲੇਟਡ, ਤਾਂ ਮੈਂ ਕਹਿਣਾ ਚਾਹੂੰਗਾ ਕਿ ਜੇਕਰ ਇਹ ਕਾਨੂੰਨ ਕੁਝ ਹੱਦ ਤੱਕ ਵਧੀਆ ਨੇ ਤਾਂ ਬਹੁਤ ਹੱਦ ਤੱਕ ਇਹ ਕਿਸਾਨਾਂ ਦੇ ਲਈ ਮਾਰੂ ਕਾਨੂੰਨ ਬਣਾਏ ਗਏ ਨੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ MSP ਦੀ ਗੱਲ ਕਰਦੇ ਹਾਂ, ਉਹਦੀ ਕੋਈ ਸ਼ਿਓਰਿਟੀ ਨਹੀਂ ਆ। MSP ਤੋਂ ਬਾਅਦ ਅਸੀਂ ਗੱਲ ਕਰੀਏ ਤਾਂ ਕੀ ਨਿਆਂ ਪ੍ਰਣਾਲੀ ਸਭ ਲਈ ਇੱਕ ਬਰਾਬਰ ਹੁੰਦੀ ਆ, ਤਾਂ ਕੀ ਗੱਲ ਕਿਸਾਨਾਂ ਦੇ ਲਈ ਜਿਹੜੀ ਨਿਆਂ ਪ੍ਰਣਾਲੀ ਹੈ ਉਹਦੇ ਲਈ ਨਾਲ ਵਖਰੇਵਾਂ ਕਿਉਂ ਕਿ ਜੇਕਰ ਕਿਸਾਨ ਦਾ ਕੋਈ ਕੇਸ ਆ ਤਾਂ ਉਹ SDM ਦੇ ਕੋਲ ਜਾਏਗਾ ਤੇ ਮੈਕਸਿਮਮ ਜਿਹੜਾ ਉਹ ਸਾਡੇ DC ਤੱਕ ਜਾਊਗਾ, ਜਿਹੜੇ ਕਿ ਆਲਰੇਡੀ ਗਵਰਨਮੈਂਟ ਸਰਵੈਂਟ ਹੈਗੇ ਆ। ਸੋ ਇਹਨੂੰ ਜਿਹੜਾ ਸਾਡੇ ਹੈਗੇ ਆ ਨਿਆਂ ਪ੍ਰਣਾਲੀ ਦੇ ਵਿੱਚ ਜਿਹੜਾ ਉਹ ਸ਼ਾਮਲ ਕਰਨਾ ਚਾਹੀਦਾ। ਜਿਵੇਂ ਪ੍ਰਾਈਵੇਟ ਸੈਕਟਰ ਆ ਜਾਏਗਾ, ਉਹਨੂੰ ਜਿੰਨੀ ਨੀਡ ਹੋਏਗੀ ਉਹ ਆਪਣੀ ਫਸਲ ਖਰੀਦੇਗਾ, ਜਿਹਦੇ ਵਿੱਚ ਜਿਹੜਾ ਅਮੀਰ ਕਿਸਾਨ ਆ ਉਹ ਤਾਂ ਕੁਝ ਹੱਦ ਤੱਕ ਸਰਵਾਈਵ ਕਰ ਲੇਗਾ। ਪਰ ਜੇਕਰ ਅਸੀਂ ਮਾਝੇ ਦੀ ਗੱਲ ਕਰੀਏ ਤਾਂ ਮਾਝੇ ਦੇ ਵਿੱਚ ਜਿੰਨੇ ਵੀ ਕਿਸਾਨ ਆ ਉਹ ਸਾਰੇ ਇੱਕ ਗਰੀਬ ਕਿਸਾਨ ਹੁੰਦੇ ਆ, ਜਿਨ੍ਹਾਂ ਦੀ ਐਵਰੇਜ ਅਸੀਂ ਅਗਰ ਉਹਨਾਂ ਦੀ ਪ੍ਰਾਪਰਟੀ ਦੀ ਗੱਲ ਕਰੀਏ ਐਗਰੀਕਲਚਰ ਲੈਂਡ ਦੀ, ਤਾਂ ਉਹ ਮੈਕਸਿਮਮ 3 ਤੋਂ 4 ਏਕੜ ਤੱਕ ਆਉਂਦੀ ਆ। ਤਾਂ ਉਹ ਜਿਹੜੇ ਇਹਨਾਂ ਦੇ ਕਾਨੂੰਨ ਜਿਹੜਾ ਪਾਸ ਕੀਤਾ ਉਹ ਸਭ ਤੋਂ ਵੱਧ ਪੰਜਾਬ ਦੇ ਵਿੱਚ ਜਿਹੜਾ ਉਹ ਮਾਝੇ ਤੇ ਭਾਰੂ ਪਊਗਾ। ਮੈਂ ਇੱਕ ਨਿੱਕੀ ਜਿਹੀ ਉਦਾਹਰਣ ਦੇਣੀ ਚਾਹੂੰਗਾ ਕਿ ਜਦੋਂ ਮੈਕਡੋਨਲਡਸ ਸਾਡੇ ਇੰਡੀਆ ਦੇ ਵਿੱਚ ਆਏ ਸੀ ਤਾਂ ਕਿਸਾਨਾਂ ਵੱਲੋਂ ਜਦੋਂ ਵਿਰੋਧ ਕੀਤਾ ਗਿਆ ਤਾਂ ਉਹਨਾਂ ਵੱਲੋਂ ਮੈਕਡੋਨਲਡ ਕੰਪਨੀ ਵੱਲੋਂ ਕਿਹਾ ਗਿਆ ਕਿ ਅਸੀਂ ਅਗਰ ਪੰਜਾਬ ਦੇ ਵਿੱਚ ਆਉਂਦੇ ਆ, ਹਿੰਦੁਸਤਾਨ ਦੇ ਵਿੱਚ ਆਉਂਦੇ ਆ, ਤਾਂ ਅਸੀਂ ਇੱਥੋਂ ਦੇ ਕਿਸਾਨ ਦਾ ਆਲੂ ਖਰੀਦਾਂਗੇ ਤਾਂ ਉਹਨਾਂ ਦੀ ਜਿਹੜੀ ਜੀਵਨ ਸ਼ੈਲੀ ਆ ਹੋਰ ਬਿਹਤਰ ਹੋਵੇਗੀ ਜਦੋਂ ਉਹਨਾਂ ਦੀ ਮਾਰਕੀਟਿੰਗ ਦਾ ਉਹਨਾਂ ਨੂੰ ਇੱਕ ਪਲੇਟਫਾਰਮ ਮਿਲੇਗਾ। ਮੈਕਡੋਨਲਡਸ ਖੁੱਲ੍ਹਣ ਤੋਂ ਬਾਅਦ ਜਦੋਂ ਉਹਨਾਂ ਨੂੰ ਆਲੂਆਂ ਦੀ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਜੀ, ਸਾਡੀਆਂ ਜਿਹੜੀਆਂ ਫਰਾਈਜ਼ ਆ ਉਹਨਾਂ ਦਾ ਸਾਈਜ਼ ਵੱਡਾ ਹੁੰਦਾ ਤਾਂ ਤੁਹਾਡੇ ਆਲੂ ਦਾ ਸਾਈਜ਼ ਜਿਹੜਾ ਉਹ ਛੋਟਾ ਆ। ਸੋ ਜਿੰਨਾ ਵੀ ਆਲੂ ਆ ਰਿਹਾ ਉਹ ਸਾਰਾ ਬਾਹਰ ਤੋਂ ਐਕਸਪੋਰਟ ਹੋ ਕੇ ਇੱਥੇ ਪਹੁੰਚ ਰਿਹਾ ਤੇ ਕਿਸਾਨਾਂ ਦਾ ਜਿਹੜਾ ਆਲੂ ਆ ਉਹ ਸੜਕਾਂ ਦੇ ਉੱਪਰ ਰੁਲ ਰਿਹਾ। ਇਹੀ ਇੱਕ ਐਗਜ਼ਾਮਪਲ ਅਸੀਂ ਗੰਨੇ ਦੀ ਗੱਲ ਕਰੀਏ, ਪ੍ਰਾਈਵੇਟ ਕੰਪਨੀਆਂ ਉਹਨਾਂ ਨੇ ਜਿੰਨੇ ਉਹਨਾਂ ਦੀ ਕੈਪੈਸਿਟੀ ਹੈਗੀ ਆ ਉਹਨਾਂ ਉਹ ਗੰਨਾ ਪੀੜਦੀਆਂ ਨੇ, ਬਾਕੀ ਜਿਹੜਾ ਕਿਸਾਨਾਂ ਦਾ ਗੰਨਾ ਉਹ ਕਹਿ ਸਕਦੇ ਆ ਕਿ ਮਿੱਲਾਂ ਦੇ ਵਿੱਚ ਨਹੀਂ ਪਹੁੰਚ ਰਿਹਾ। ਤੇ ਜੇਕਰ ਪਹੁੰਚ ਰਿਹਾ ਤਾਂ ਬਹੁਤ ਸਾਰੇ ਅਜਿਹੇ ਮੇਰੇ ਕਿਸਾਨ ਨੇ ਪੰਜਾਬ ਦੇ ਜਿਹੜੇ ਇਸ ਗੱਲ ਦੀ ਗਵਾਹੀ ਭਰਦੇ ਆ ਕਿ 2-2 ਸਾਲ ਹੋ ਗਏ ਅਜੇ ਤੱਕ ਪੇਮੈਂਟਾਂ ਕਲੀਅਰ ਨਹੀਂ ਹੋਈਆਂ। ਸੋ MSP ਨਹੀਂ ਹੈਗੀ, ਕਿਸਾਨਾਂ ਦੀ ਕੋਈ ਸ਼ੋਰਿਟੀ ਨਹੀਂ ਆ। ਪਰ ਮੈਂ ਆਪਣੇ ਪੱਤਰਕਾਰ ਜੀ ਸਮਝਦਾ ਕਿ ਇਹ ਪੰਜਾਬ ਨਾਲ ਹੀ ਵਿਤਕਰਾ ਕਿਉਂ। ਮੈਂ ਇਹ ਨਹੀਂ ਕਹੂੰਗਾ ਜਿੰਨੀਆਂ ਵੀ ਪਾਲਿਸੀਜ਼ ਬਣਦੀਆਂ ਨੇ ਉਹਦੇ ਵਿੱਚ ਸਿਰਫ ਕਾਰਪੋਰੇਟ ਘਰਾਣੇ ਨੂੰ ਦੇਖਿਆ ਜਾ ਰਿਹਾ, ਤਾਂ ਆਮ ਕਿਸਾਨ ਜਿੰਨੇ ਸਾਡਾ ਢਿੱਡ ਭਰਨਾ, ਜਿਹੜਾ ਪੂਰੇ ਦੇਸ਼ ਦਾ ਢਿੱਡ ਭਰਨ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਆਪਣੇ ਅੰਨ ਨੂੰ ਭੇਜ ਕੇ ਉੱਥੇ ਲੋਕਾਂ ਦਾ ਪੇਟ ਪਾਲ ਰਿਹਾ, ਤਾਂ ਉਹਨਾਂ ਦੇ ਨਾਲ ਇਹ ਵਿਤਕਰਾ ਕਿਉਂ। ਸਾਨੂੰ ਲੋੜ ਆ ਹੁਣ ਸੰਭਲਣ ਦੀ ਜੀ। ਤੇ ਮੈਂ ਪੁੱਛਣਾ ਚਾਹੂੰਗਾ ਜਿਹੜੀਆਂ ਪੰਚਾਇਤਾਂ ਵਾ ਇਹਨਾਂ ਦਾ ਇਹਦੇ ਵਿੱਚ ਕੀ ਰੋਲ? ਦੇਖੋ ਜੀ, ਪੰਚਾਇਤਾਂ ਸਭ ਤੋਂ ਪਹਿਲਾਂ ਤਾਂ ਜਾਗਰੂਕ ਹੋਣ ਇਸ ਬਾਰੇ ਮੈਂ ਕਹਿਣਾ ਚਾਹੂੰਗਾ। ਜਦੋਂ ਤੱਕ ਪੰਚਾਇਤਾਂ ਅਵੇਅਰ ਨਹੀਂ ਹੈਗੀਆਂ ਤਾਂ ਉਹ ਆਲਮੋਸਟ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਉਹਨਾਂ ਨੂੰ ਵੀ ਨਹੀਂ ਸਮਝਾ ਸਕਣਗੇ। ਸੋ ਪੰਚਾਇਤਾਂ ਜਿਹੜੀਆਂ ਨੇ ਉਹ ਗ੍ਰਾਮ ਸਭਾ ਦੇ ਮਤੇ ਪਾ ਕੇ ਜਿਹੜੀਆਂ ਉਹ ਕੇਂਦਰ ਸਰਕਾਰ ਨੂੰ ਭੇਜ ਸਕਦੀਆਂ ਨੇ। ਮੈਂ ਤਾਂ ਨਹੀਂ ਕਹੂੰਗਾ ਕਿ ਗ੍ਰਾਮ ਸਭਾ ਦਾ ਮਤਾ ਪਾਤਾ ਤਾਂ ਕਾਨੂੰਨ ਜਿਹੜਾ ਰੱਦ ਹੋ ਜਾਏਗਾ, ਲੇਕਿਨ ਜਦੋਂ 13,000 ਦੇ ਕਰੀਬ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਪੰਚਾਇਤਾਂ ਅਗਰ ਇਹ ਗ੍ਰਾਮ ਸਭਾ ਦੇ ਵਿੱਚ ਮਤਾ ਪਾ ਕੇ ਭਾਰਤ ਸਰਕਾਰ ਨੂੰ ਭੇਜਦੀਆਂ ਤਾਂ ਉਹਨਾਂ ਨੂੰ ਇੱਕ ਵਾਰ ਸੋਚਣ ਲਈ ਜ਼ਰੂਰ ਮਜਬੂਰ ਹੋਣਾ ਪਏਗਾ ਕਿ ਇੰਨੀ ਵੱਡੀ ਤਾਦਾਦ ਦੇ ਵਿੱਚ ਜਿਹੜੀ ਗ੍ਰਾਮ ਸਭਾ ਦੀ ਮੰਗ ਆਈ ਆ ਤਾਂ ਉਹਦੇ ਤੇ ਉਹਨਾਂ ਨੂੰ ਵਿਚਾਰ ਕਰਨਾ ਪਏਗਾ। ਦੇਖੋ ਜੀ, ਕਾਨੂੰਨ ਤਾਂ ਰੱਦ ਨਹੀਂ ਹੋ ਸਕਦਾ ਹੁਣ ਜਿਹੜਾ ਕਾਨੂੰਨ ਬਣ ਚੁੱਕਾ। ਤਾਂ ਮੈਂ ਇਹ ਵੀ ਅਪੀਲ ਕਰਨਾ ਚਾਹੂੰਗਾ ਆਪਣੇ ਦੇਸ਼ ਦੇ ਕਿਸਾਨਾਂ ਨੂੰ, ਕਿਸਾਨ ਜਥੇਬੰਦੀਆਂ ਨੂੰ, ਕਲਾਕਾਰਾਂ ਨੂੰ, ਜਿਨ੍ਹਾਂ ਨੇ ਅੱਜ ਬਟਾਲੇ ਦੇ ਵਿੱਚ ਵੀ ਬਹੁਤ ਇੱਕ ਵੱਡੇ ਲੈਵਲ ਦਾ ਧਰਨਾ ਲਾਇਆ, ਇਹਨਾਂ ਦੇ ਨਾਲ ਨਾਲ ਆਪਣੇ ਸਿਆਸੀ ਲੋਕਾਂ ਨੂੰ ਵੀ ਕਿ ਕਿਸਾਨੀ ਦੇ ਉੱਤੇ, ਕਿਸਾਨ ਦੇ ਉੱਤੇ ਅਸੀਂ ਸਿਆਸੀ ਰੋਟੀਆਂ ਨਹੀਂ ਸੇਕਣੀਆਂ। ਅਸੀਂ ਨੌਜਵਾਨਾਂ ਨੂੰ ਸਮਝਾਉਣਾ ਹੈ ਕਿ ਇਹ ਕਾਨੂੰਨ ਕਿਸ ਚੀਜ਼ ਦਾ ਬਣਾਇਆ ਗਿਆ, ਇਹਦੇ ਵਿੱਚ ਕਿਹੜੀਆਂ ਖਾਮੀਆਂ ਨੇ ਜਿਹੜੀਆਂ ਕਿਸਾਨਾਂ ਦੇ ਲਈ ਮਾਰੂ ਨੇ, ਤਾਂ ਉਹ ਕਿਸਾਨਾਂ ਨੂੰ ਆਉਣ ਵਾਲੀ ਸਾਡੀ ਜਿਹੜੀ ਫਸਲ ਆ ਉਹਨੂੰ ਬਰਬਾਦ ਕਰਨ ਦੇ ਨਾਲ ਨਾਲ ਤਾਂ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ ਉਹ ਵੀ ਕਿਸਾਨੀ ਦੀਆਂ ਬਰਬਾਦ ਹੋ ਜਾਣਗੀਆਂ। ਸੋ ਇਹ ਚੀਜ਼ਾਂ ਨੂੰ ਸਮਝਾਉਣਾ ਤੇ ਕਾਨੂੰਨ ਦੇ ਵਿੱਚ ਸੋਧ ਕਰਵਾਉਣੀ ਆ। ਜੇਕਰ ਅਸੀਂ ਇਹ ਮੰਗ ਰੱਖਾਂਗੇ ਕਿ ਕਾਨੂੰਨ ਰੱਦ ਕੀਤਾ ਜਾਏ ਤਾਂ ਮੈਂ ਸਮਝਦਾ ਹਾਂ ਕਿ ਜਿੰਨੀ ਕਿ ਚਲੋ ਮੇਰੇ ਕੋਲ ਆਪਣੀ ਤਜਰਬਾ ਆ ਜਾਂ ਜਿੰਨੀ ਕੁ ਕੁਆਲੀਫਿਕੇਸ਼ਨ ਆ, ਕਾਨੂੰਨ ਰੱਦ ਨਹੀਂ ਹੋਊਗਾ, ਕਾਨੂੰਨ ਦੇ ਵਿੱਚ ਅਮੈਂਡਮੈਂਟ ਹੋ ਸਕਦੀ ਹੈ। ਤਾਂ ਅਸੀਂ ਇਹ ਜਿਹੜਾ ਆਪਣੀ ਲਹਿਰ ਚਲਾਉਣੀ ਆ ਇਹ ਅਮੈਂਡਮੈਂਟ ਕਰਾਉਣ ਦੀ ਚਲਾਉਣੀ ਆ। ਜਦੋਂ ਤੁਸੀਂ ਪੰਚਾਇਤਾਂ ਦੀ ਗੱਲ ਕੀਤੀ ਤੇ ਜੇਕਰ ਪੰਚਾਇਤਾਂ ਇੰਨਾ ਮਤਾ ਪਾ ਕੇ ਭੇਜਣ, ਜਥੇਬੰਦੀਆਂ ਜਿਹੜੀਆਂ ਨੇ ਉਹ ਆਪਣੇ ਮਤੇ ਪਾ ਕੇ ਭੇਜਣ, ਸੁਸਾਇਟੀਆਂ, ਕਲੱਬਾਂ, NGOs ਜਿਹੜੀਆਂ ਨੇ ਜਦੋਂ ਇਹ ਸਾਰੇ ਹੀ ਭਾਰਤ ਸਰਕਾਰ ਦੇ ਕੋਲ ਆਪਣੇ ਕਾਗਜ਼ਾਂ ਦੇ ਢੇਰਾਂ ਦੇ ਢੇਰ ਲੱਗ ਜਾਣਗੇ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਸੋਚਣਾ ਪਊਗਾ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਕਾਨੂੰਨ ਆ ਉਹਦੇ ਵਿੱਚ ਅਮੈਂਡਮੈਂਟ ਜਿਹੜੀ ਆ ਉਹ ਜ਼ਰੂਰ ਹੋਵੇਗੀ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ ਕਿ ਇਹ ਵੇਲਾ ਆ ਆਪਣੇ ਦੇਸ਼ ਦੇ ਕਿਸਾਨਾਂ ਨੂੰ, ਆਪਣੇ ਪੰਜਾਬ ਹਰਿਆਣਾ ਦੇ ਕਿਸਾਨਾਂ ਦੇ ਨੌਜਵਾਨਾਂ ਨੂੰ ਇਹ ਦੱਸਣ ਦਾ ਕਿ ਸਭ ਤੋਂ ਪਹਿਲਾਂ ਤੁਸੀਂ ਇਹ ਕਾਨੂੰਨ ਨੂੰ ਸਮਝੋ ਕਿ ਇਹ ਕਾਨੂੰਨ ਕੀ ਆ। ਉਸ ਤੋਂ ਬਾਅਦ ਦੇਖੋ ਜਿਹੜੇ ਲੂਪ ਹੋਲਸ ਆ, ਜਿੱਦਾਂ ਮੈਂ ਤੁਹਾਨੂੰ ਮੇਨ ਵੱਡੇ 3 ਜਿਹੜੇ ਆ ਉਹ ਸੁਣਾਏ ਆ। ਸੋ ਉਹ 3 ਜਿਹੜੇ ਲੂਪ ਹੋਲਸ ਆ ਜਿਹੜੇ ਕਾਨੂੰਨ ਦੇ ਵਿੱਚ ਆ
ਉਹਨਾਂ ਨੂੰ ਅਮੈਂਡਮੈਂਟ ਉਹਨਾਂ ਦੀ ਕਰਾਉਣ ਦੇ ਲਈ, ਉਹਨਾਂ ਦੀ ਸੋਧ ਕਰਾਉਣ ਦੇ ਲਈ ਅਸੀਂ ਲਹਿਰ ਚਲਾਉਣੀ ਆ, ਨਾ ਕਿ ਅਸੀਂ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਨੇ, ਕਿਸੇ ਪਾਰਟੀਆਂ ਦਾ ਝੰਡਾ ਚੁੱਕ ਕੇ ਅਸੀਂ ਉਹਨਾਂ ਦੇ ਰੋਸ ਰੈਲੀਆਂ 'ਚ ਸ਼ਾਮਲ ਹੋਣਾ, ਨਾ ਕਿ ਅਸੀਂ ਆਪਣੇ ਕਲਾਕਾਰਾਂ ਨਾਲ ਸੈਲਫੀਆਂ ਖਿਚਾਉਣ ਦੇ ਲਈ ਜਾਣਾ। ਅਸੀਂ ਆਪਣੀ ਕਿਸਾਨੀ ਨੂੰ ਬਚਾਉਣਾ, ਆਪਣੇ ਕਿਸਾਨ ਨੂੰ ਬਚਾਉਣਾ। ਤਾਂ ਸਾਡੀ ਜਿਹੜੀ ਜੱਦੀ ਪੁਸ਼ਤੀ ਕਿਸਾਨੀ ਆ, ਧੰਨ ਗੁਰੂ ਨਾਨਕ ਪਾਤਸ਼ਾਹ ਵੱਲੋਂ ਹੱਥੀਂ ਕਿਰਤ ਕਰਨ ਦੇ ਜਿਹੜਾ ਸਾਨੂੰ ਫਲਸਫਾ ਦਿੱਤਾ ਗਿਆ, ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਜਿਹੜਾ ਸਾਨੂੰ ਜ਼ਮੀਨਾਂ ਦਾ ਮਾਲਕ ਬਣਾਇਆ ਗਿਆ, ਉਹ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਆਪਣੀ ਜ਼ਮੀਨ, ਆਪਣੀ ਆਉਣ ਵਾਲੀ ਨਸਲ, ਆਪਣੀ ਕੌਮ ਨੂੰ ਬਚਾਉਣਾ। ਅਸੀਂ ਇਹਨਾਂ 'ਚ ਅਮੈਂਡਮੈਂਟ ਕਰਾ ਕੇ ਭਾਰਤ ਸਰਕਾਰ ਨੂੰ ਵੀ ਦੱਸਣਾ ਕਿ ਅਸੀਂ ਪੰਜਾਬੀ ਜਿਹੜੇ ਆ ਹਮੇਸ਼ਾ ਹੀ ਤਾਕਤਵਰ ਆ। ਤਾਂ ਅਸੀਂ ਜਿਹੜਾ ਵੀ ਕੋਈ ਅਨਿਆਂ ਹੁੰਦਾ ਉਹਦਾ ਜਿਹੜਾ ਅਸੀਂ ਫੈਸਲਾ ਆ ਜਾਂ ਉਹਦੀ ਜਿਹੜੀ ਲਹਿਰ ਆ ਉਹ ਚਲਾ ਕੇ ਅਸੀਂ ਆਪਣੇ ਭਵਿੱਖ ਨੂੰ ਜ਼ਰੂਰ ਸਵਾਰਦੇ ਹਾਂ। ਥੈਂਕ ਯੂ। ਸੋ ਇਹ ਸਨ ਸਾਡੇ ਪੰਥ ਸਰਪੰਚ